ਆ ਤੇ ਸਡਨਲੀ ਮੈਨੂੰ ਸਵੇਰੇ ਕਾਲ ਆਇਆ ਕਿ ਅਸੀਂ ਸੀਰੀਜ਼ ਦੇ ਲਈ ਵੀ ਫਾਈਨਲ ਕੀਤਾ ਹੈ ਤੁਹਾਨੂੰ ਤੇ ਤੁਸੀਂ ਆ ਜਾਓ ਅੱਜ ਕਾਨਫਰੰਸ ਹੈ। ਇਸ ਤੋਂ ਪਹਿਲਾਂ ਵੀ ਤੁਸੀਂ ਕਈ ਜਗ੍ਹਾ ਕੰਮ ਕੀਤਾ ਹੈ ਨਾ, ਤੇ ਇਸ ਕੰਮ ਵਾਸਤੇ ਕਿੰਨੇ ਐਕਸਾਈਟਡ ਹੈ, ਕੀ ਚੈਲੰਜਿੰਗ ਲੱਗਿਆ ਤੁਹਾਨੂੰ? ਇੱਕ ਹੁੰਦਾ ਨਾ ਕਿ ਕੋਈ ਤੁਹਾਨੂੰ ਕਵੇ ਕਿ ਹਾਂ ਅਨਿਕਾ ਆਹ ਕਰੈਕਟਰ ਤੇਰੇ ਲਈ ਹੈ ਤੇ ਉਹ ਬੜਾ ਵਧੀਆ ਲੱਗਦਾ ਹੈ, ਬੜਾ ਸੋਹਣਾ ਲੱਗਦਾ ਹੈ ਔਰ ਮਜ਼ਾ ਵੀ ਆਉਂਦਾ ਉਹਨੂੰ ਪਲੇ ਕਰਨ ਦੇ ਵਿੱਚ। ਜਦੋਂ ਪਹਿਲੀ ਵਾਰ ਆਪਣੇ ਆਪ ਨੂੰ ਤੁਸੀਂ ਟੈਲੀਕਾਸਟ ਹੁੰਦੇ ਦੇਖਿਆ ਹੈ ਨਾ, ਕਿਵੇਂ ਦਾ ਫੀਲ ਹੋਇਆ, ਕੀ ਰਿਐਕਸ਼ਨ? ਕਿ ਜਿੱਥੇ ਮੈਨੂੰ ਲੱਗਦਾ ਨਾ ਕਿ ਹਾਂ ਕਰੈਕਟਰ ਦੀ ਇੰਡੀਵਿਜੂਅਲਿਟੀ ਹੈਗੀ ਹੈ, ਉਹਦਾ ਖੁਦ ਦਾ ਅਸਤਿਤਵ ਦਿਖਾਇਆ ਜਾ ਰਿਹਾ ਹੈ ਉਹਦੇ ਵਿੱਚ ਹੈ ਨਾ, ਮੂਵੀ ਦੇ ਵਿੱਚ ਹੋ ਗਿਆ ਜਾਂ ਵੈਬ ਸੀਰੀਜ਼ 'ਚ ਹੋ ਗਿਆ ਜਾਂ ਸੀਰੀਅਲ ਦੇ ਵਿੱਚ ਹੋ ਗਿਆ, ਤੇ ਫਿਰ ਮੈਂ ਕਰਾਂਗੀ। ਫਿਰ ਤਾਂ ਤੁਸੀਂ ਭਾਵੇਂ ਮੇਰੇ ਤੋਂ ਫ੍ਰੀ 'ਚ ਕੰਮ ਕਰਵਾ ਲਓ, ਮੈਂ ਕਰ ਲੂੰਗੀ, ਮੈਂ ਇੱਦਾਂ ਦੀ ਹਾਂ। ਜਿਵੇਂ ਹੁਣ ਨਵੇਂ ਆਰਟਿਸਟ ਆ ਰਹੇ ਨੇ ਹੈ ਨਾ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਕਿੰਨਾ ਕੁ ਮੁਸ਼ਕਿਲ ਹੁੰਦਾ ਹੈ ਸਟਰਗਲ ਕਰਨਾ ਇੰਡਸਟਰੀ? ਆਰਟਿਸਟ ਇੰਨੀ ਜਲਦੀ ਨਹੀਂ ਬਣਿਆ ਜਾਂਦਾ ਯਾਰ, ਪੂਰੀ ਦੁਨੀਆ ਦਾ ਦਿਲ ਜਿੱਤਣਾ ਆ, ਪੂਰੀ ਦੁਨੀਆ ਮੰਗ ਰਹੇ ਆ ਹੈ ਨਾ, ਰੱਬ ਵੀ ਸੋਚੂਗਾ ਦੇਣ ਲੱਗੇ। ਸਾਡੇ ਨਾਲ ਮੌਜੂਦ ਨੇ ਅਨਿਕਾ ਮਾਨ, ਤਾਂ ਗੱਲਬਾਤ ਸ਼ੁਰੂ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਕਿੰਨੇ ਐਕਸਾਈਟਡ ਹੋ ਤੁਸੀਂ ਇਸ ਵੈਬ ਸੀਰੀਜ਼ ਲਈ? ਦੇਖੋ ਐਕਸਾਈਟਮੈਂਟ ਦਾ ਮੈਨੂੰ ਸਵੇਰੇ ਬਹੁਤ ਜ਼ਿਆਦਾ ਐਕਸਾਈਟਮੈਂਟ ਸੀਗੀ ਕਿਉਂਕਿ ਤਾਜ ਸਰ ਨਾ ਸਡਨਲੀ ਕਿਉਂਕਿ ਉਹ ਮੈਨੂੰ ਕਦੇ ਵੀ ਇੱਦਾਂ ਕਾਲ ਨਹੀਂ ਕਰਦੇ, ਕਦੇ ਵੀ ਇੱਦਾਂ ਮੇਰੇ ਨਾਲ ਗੱਲ ਨਹੀਂ ਕਰਦੇ ਹੈ ਨਾ। ਜਦੋਂ ਵੀ ਕਦੇ ਉਹਨਾਂ ਨੇ ਮੇਰੇ ਨਾਲ ਲਾਈਕ ਮੈਂ ਉਹਨਾਂ ਨੂੰ ਲਾਸਟ 3 ਈਅਰ ਤੋਂ ਜਾਣਦੀ ਹਾਂ, ਅਤੇ ਉਹਨਾਂ ਨੇ ਸਿਰਫ ਮੇਰੇ ਨਾਲ 3 ਮੀਟਿੰਗਸ ਕੀਤੀਆਂ ਨੇ। ਦਿਸ ਵਨ ਲਾਈਕ ਲਾਸਟ ਮੀਟਿੰਗ ਜਿਹੜਾ ਕਿ ਉਹਨਾਂ ਨੇ ਕੰਟੈਂਟ, ਔਰ ਇਹਦੀ ਮੀਟਿੰਗ ਵੀ ਨਹੀਂ ਹੋਈ, ਮੀਟਿੰਗ ਕਿਸੇ ਹੋਰ ਕੰਟੈਂਟ ਨੂੰ ਲੈ ਕੇ ਹੋਈ ਸੀਗੀ। ਤੇ ਸਡਨਲੀ ਮੈਨੂੰ ਸਵੇਰੇ ਕਾਲ ਆਇਆ ਕਿ ਅਸੀਂ ਸੀਰੀਜ਼ ਦੇ ਲਈ ਵੀ ਫਾਈਨਲ ਕੀਤਾ ਹੈ ਤੁਹਾਨੂੰ ਤੇ ਤੁਸੀਂ ਆ ਜਾਓ ਅੱਜ ਕਾਨਫਰੰਸ ਹੈ। ਤੇ ਮੈਂ ਕਿਹਾ ਕਰੈਕਟਰ, ਉਹ ਕਹਿੰਦੇ ਹਾਲੇ ਸਰਪ੍ਰਾਈਜ਼ਡ ਆ ਕਿਉਂਕਿ ਜਿਹੜਾ ਪਹਿਲਾ ਐਪੀਸੋਡ ਹੈਗਾ ਆ ਉਹ ਪੂਰਾ ਜਿਹੜਾ ਹੈਗਾ ਆ ਉਹ ਆਈ ਥਿੰਕ ਬॉयਜ਼ ਦੇ ਉੱਪਰ ਹੈਗਾ ਆ, ਤੇ ਇਸ ਕਰਕੇ ਉਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਸਟੋਰੀ ਦੇ ਉੱਤੇ ਬੈਠਦੇ ਹਾਂ, ਕੋਈ ਗੱਲ ਨਹੀਂ। ਸੋ ਥੋੜ੍ਹਾ ਜਿਹਾ ਮੈਨੂੰ ਆਈਡੀਆ ਤਾਂ ਹੈਗਾ ਆ ਕਿ ਕੀ ਚੀਜ਼ ਹੈਗੀ ਆ, ਕਿਉਂਕਿ ਉਹਨਾਂ ਨੇ ਪਹਿਲੇ ਮੇਰੇ ਨਾਲ ਡਿਸਕਸ ਕੀਤਾ ਸੀਗਾ ਜਦੋਂ ਪਹਿਲੇ ਮੈਂ ਮੀਟਿੰਗ ਕੀਤੀ ਸੀ ਉਹਨਾਂ ਨਾਲ। ਸੋ ਲੈਟਸ ਸੀ, ਐਕਸਾਈਟਮੈਂਟ ਹੈਗੀ ਹੈ ਔਰ ਨਹੀਂ ਵੀ ਹੈਗੀ, ਥੋੜ੍ਹਾ ਜਿਹਾ ਅਜੀਬ ਜਿਹਾ ਵੀ ਲੱਗ ਰਿਹਾ ਕਿ ਕੀ ਹੋਊਗਾ, ਕਿਹੜਾ ਕਰੈਕਟਰ ਹੋਊਗਾ। ਸੋ ਉਹਨਾਂ ਨੇ ਮੈਨੂੰ ਉਹਨਾਂ 'ਤੇ ਭਰੋਸਾ ਆ ਕਿਉਂਕਿ ਉਹ ਬਹੁਤ ਸੋਹਣਾ ਲਿਖਦੇ ਨੇ, ਸੋ ਮੈਨੂੰ ਉਹਨਾਂ ਦਾ ਸਾਰਾ ਕੰਟੈਂਟ ਪਸੰਦ ਆਉਂਦਾ ਆ, ਔਰ ਉਹ ਬਹੁਤ ਜਿਵੇਂ ਉਹਨਾਂ ਨੇ ਮੈਨੂੰ ਅਗਰ ਲਿੱਤਾ ਹੈਗਾ ਆ ਤਾਂ ਕੁਛ ਨਾ ਕੁਛ ਸੋਚ ਕੇ ਕੁਛ ਨਾ ਕੁਛ ਵਧੀਆ ਹੀ ਕਰੈਕਟਰ ਹੋਊਗਾ, ਆਮ ਸ਼ੋਰ। ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੀ ਕਾਲ ਆਉਂਦੀ ਹੈ ਨਾ ਤੁਹਾਨੂੰ, ਤਾਂ ਕੀ ਰਿਐਕਸ਼ਨ ਸੀ ਤੁਹਾਡਾ, ਕਿ ਕਿਸ ਬਾਰੇ ਗੱਲ ਕਰਨਗੇ ਉਹ? ਮੈਨੂੰ ਤਾਂ ਮੈਂ ਸੱਚ ਦੱਸਾਂ ਨਾ, ਤੇ ਮੈਨੂੰ ਤਾਜ ਸਰ ਦੀ ਵੀ ਕਦੇ ਕਾਲ ਨਹੀਂ ਆਉਂਦੀ ਹੈ, ਮੈਨੂੰ ਜਾਂ ਤਾਂ ਕਦੇ ਉਹਨਾਂ ਦੇ ਬ੍ਰਦਰ ਦੀ ਇੱਕ ਅੱਧੀ ਵਾਰ ਕਾਲ ਆ ਜਾਂਦੀ ਹੈ, ਜਾਂ ਫਿਰ ਹੁਣ ਇਸ ਵਾਰ ਜਿਹੜੀ ਕਾਲ ਆਈ ਸੀ ਉਹ ਅੰਗਦ ਜੀ ਦੀ ਆਈ ਸੀਗੀ, ਜਿਹੜੇ ਕਿ ਉਹਨਾਂ ਦਾ ਇਕੱਠਾ ਹੀ ਗਰੁੱਪ ਹੈਗਾ ਆ, ਤੇ ਉਹਨਾਂ ਦੀ ਕਾਲ ਆਈ ਸੀਗੀ ਮੈਨੂੰ। ਤੇ ਤਾਜ ਸਰ ਨਾਲ ਮੇਰੀ ਜਦੋਂ ਹੋਈ ਹੈ ਮੀਟਿੰਗ ਹੋਈ ਹੈ, ਫੇਸ ਟੂ ਫੇਸ ਗੱਲ ਹੋਈ ਹੈ, ਇਜ਼ ਵੈਰੀ ਲਾਈਕ ਕਿ ਉਹ ਜ਼ਿਆਦਾ ਗੱਲ ਨਹੀਂ ਕਰਦੇ, ਉਹ ਬਹੁਤ ਪੁਆਇੰਟ ਲਾਈਕ ਪੁਆਇੰਟ ਟੂ ਪੁਆਇੰਟ ਗੱਲ ਕਰਦੇ ਨੇ, ਉਹ ਜ਼ਿਆਦਾ ਗੱਲ ਹੀ ਨਹੀਂ ਕਰਦੇ। ਈਵਨ ਕਿ ਲਾਸਟ ਜਿਹੜੀ ਮੇਰੀ ਮੀਟਿੰਗ ਸੀਗੀ, ਆਪਾਂ ਆਈ ਥਿੰਕ 3-4 ਘੰਟੇ ਦੀ ਮੀਟਿੰਗ ਸੀਗੀ, ਉਹਦੇ 'ਚ ਵੀ ਉਹਨਾਂ ਨੇ ਹਾਰਡਲੀ ਮੇਰੇ ਨਾਲ 2-4 ਗੱਲਾਂ ਕੀਤੀਆਂ ਹੋਣੀਆਂ ਨੇ। ਉਹ ਵੀ ਮੂਵੀ ਦੇ ਰਿਲੇਟਡ ਜਿਹੜੀ ਉਹ ਨੈਕਸਟ ਆਪਣਾ ਪ੍ਰੋਜੈਕਟ ਕਰ ਰਹੇ ਨੇ, ਦੈਟ ਇਜ਼ ਹਿੰਦੀ ਪ੍ਰੋਜੈਕਟ, ਅਤੇ ਉਹਦੇ ਲਈ ਉਹ ਕਰਦੇ ਪਏ ਨੇ ਪਲਾਨਿੰਗ। ਅਤੇ ਉਹ ਵੀ ਉਹਨਾਂ 3 ਘੰਟੇ ਦੀ ਮੀਟਿੰਗ ਦੇ ਵਿੱਚ ਹਾਰਡਲੀ ਮੇਰੇ 2-4 ਗੱਲਾਂ ਹੋਈਆਂ ਉਹਨਾਂ ਨਾਲ, ਹਾਂ ਅਨਿਕਾ ਆਪਕੋ ਫਾਈਨਲ किया, दैट्स इट, स्टोरी सुनाएंगे। ठीक है, ओके। ਇਹ ਵੈਬ ਸੀਰੀਜ਼ ਦੀ ਸਟੋਰੀਜ਼ ਤੁਹਾਨੂੰ ਪਤਾ ਹੈ ਕੀ ਹੋਏਗੀ? ਦੇਖੋ ਮੈਨੂੰ ਜ਼ਿਆਦਾ ਡੀਪਲੀ ਤਾਂ ਨਹੀਂ ਪਤਾ, ਔਰ ਨਾ ਹੀ ਅਗਰ ਪਤਾ ਵੀ ਹੁੰਦਾ ਤਾਂ ਮੈਂ ਦੱਸਣਾ ਨਹੀਂ ਸੀ, ਸੌਰੀ। ਹਾਂ, ਸਰਪ੍ਰਾਈਜ਼ ਕਿਉਂਕਿ ਫਿਰ ਉਹ ਐਕਸਾਈਟਮੈਂਟ ਨਹੀਂ ਰਹਿੰਦੀ, ਨਾ ਆਡੀਅנס ਦੇ ਵਿੱਚ ਰਹਿੰਦੀ ਹੈ ਅਤੇ ਨਾ ਈਵਨ ਕਿ ਦੇਖ ਥੋੜ੍ਹਾ ਬਹੁਤਾ ਤਾਂ ਪਤਾ ਹੈ ਕਿਉਂਕਿ ਜਿਹੜਾ ਇਹਦਾ ਨਾਮ ਹੈ 25-50 ਜਿਵੇਂ ਕਿ ਤਾਜ ਸਰ ਨੇ ਅਨਾਊਂਸ ਵੀ ਕੀਤਾ ਕਿ ਕੋਈ ਸਾਨੂੰ ਲੱਭ ਕੇ ਦਿਖਾ, ਸਮਥਿੰਗ ਲਾਈਕ ਦੈਟ ਹੈ ਨਾ, ਅਤੇ ਕੁਛ ਉਹਦੇ ਪਿੱਛੇ ਹੀ ਕੁਛ ਇੱਦਾਂ ਦਾ ਕੁਛ ਕ੍ਰੀਏਟ ਕੀਤਾ ਹੈਗਾ ਆ। ਲਾਈਕ ਬਾਕੀ ਤੁਸੀਂ ਦੇਖਿਓ ਅਤੇ ਦੱਸਿਓ, ਨਾਲੇ ਮੇਰਾ ਕਰੈਕਟਰ ਕੀ ਆ, ਕਿਵੇਂ ਦਾ ਕੰਮ ਕਰੂੰਗੀ, ਉਹ ਵੀ ਤੁਸੀਂ ਦੇਖਿਓ। ਜਿਵੇਂ ਇਸ ਤੋਂ ਪਹਿਲਾਂ ਵੀ ਤੁਸੀਂ ਕਈ ਜਗ੍ਹਾ ਕੰਮ ਕੀਤਾ ਹੈ ਨਾ, ਤੇ ਇਸ ਕੰਮ ਵਾਸਤੇ ਕਿੰਨੇ ਐਕਸਾਈਟਡ ਹੈ, ਕੀ ਚੈਲੰਜਿੰਗ ਲੱਗਿਆ ਤੁਹਾਨੂੰ? ਮੈਂ ਸੱਚ ਦੱਸਾਂ ਨਾ, ਅਤੇ ਮੈਂ ਅੰਦਰੋਂ ਅੰਦਰ ਬਹੁਤ ਐਕਸਾਈਟਡ ਹਾਂ ਕਿਉਂਕਿ ਮੇਰਾ ਨਾ ਮੈਂ ਜਿੱਥੇ ਮੈਂ ਰਹਿ ਰਹੀ ਹਾਂ ਨਾ, ਉਸੇ ਏਰੀਆ ਦੇ ਵਿੱਚ ਤਾਜ ਸਰ ਵੀ ਰਹਿੰਦੇ ਨੇ ਹੈ ਨਾ, ਅਤੇ ਮੈਂ ਉਹਨਾਂ ਨੂੰ ਕਾਫੀ ਟਾਈਮ ਤੋਂ ਜਾਣਦੀ ਹਾਂ, ਬਹੁਤ ਸੋਹਣਾ ਲਿਖਦੇ ਨੇ, ਮੈਂ ਉਹਨਾਂ ਦੀਆਂ ਬਹੁਤ ਸੋਹਣੀਆਂ ਸਟੋਰੀਆਂ ਸੁਣੀਆਂ ਹੋਈਆਂ ਨੇ, ਕੁਛ ਉਹਨਾਂ ਦੀਆਂ ਆਲਰੇਡੀ ਡਨ ਨੇ ਜਿਹੜੀਆਂ ਰਿਲੀਜ਼ ਹੋਣੀਆਂ ਨੇ, ਕੁਛ ਉਹਨਾਂ ਦੀਆਂ ਸਟੋਰੀਜ਼ ਜਿਹੜੀਆਂ ਕਿ ਮੈਂ ਸੁਣੀਆਂ ਹੋਈਆਂ ਨੇ, ਜਿਨ੍ਹਾਂ 'ਤੇ ਵਰਕ ਚੱਲਦਾ ਪਿਆ ਹੈ ਜਾਂ ਕੱਲ੍ਹ ਜਾਂ ਮਤਲਬ ਇਨ ਫਿਊਚਰ ਜਿਹੜਾ ਕੀ ਹੋਊਗਾ ਉਹਦੇ 'ਤੇ ਕੰਮ,
ਮੈਨੂੰ ਉਹਨਾਂ ਦੀ ਰਾਈਟਿੰਗ ਬਹੁਤ ਵਧੀਆ ਲੱਗਦੀ ਹੈ ਤੇ ਮੈਂ ਕਿਤੇ ਨਾ ਮੇਰਾ ਬਹੁਤ ਮਨ ਹੁੰਦਾ ਸੀ ਕਿ ਮੈਂ ਉਹਨਾਂ ਨਾਲ ਕੰਮ ਕਰਾਂ। ਇੱਕ ਤਾਂ ਮੇਰੀ ਸੁਸਾਇਟੀ ਦੇ ਵਿੱਚ ਰਹਿੰਦੇ ਨੇ ਉਹ, ਤੇ ਜਦੋਂ ਕਦੇ ਵੀ ਮੈਂ ਸੈਰ ਕਰਦੀ ਹਾਂ ਤੇ ਮੈਨੂੰ ਆਉਂਦੇ ਜਾਂਦੇ ਮਿਲਦੇ ਨੇ ਤੇ ਮੈਂ ਹਾਂਜੀ ਸਤਿ ਸ਼੍ਰੀ ਅਕਾਲ ਹੈ ਨਾ, ਤੇ ਹਮੇਸ਼ਾ ਉਹ ਦਿਮਾਗ ਦੇ ਵਿੱਚ ਰਹਿੰਦਾ ਸੀਗਾ ਕਿ ਹਾਂ ਇਹਨਾਂ ਦੇ ਨਾਲ ਕੰਮ ਕਰਨਾ ਆ, ਇਹਨਾਂ ਦੇ ਨਾਲ ਕੰਮ ਕਰਨਾ ਆ। ਉਹ ਐਕਸਾਈਟਮੈਂਟ ਹਮੇਸ਼ਾ ਰਹਿੰਦੀ ਸੀਗੀ ਕਦੇ। ਤੇ ਇੱਕ ਹੁੰਦਾ ਨਾ ਕਿ ਕੋਈ ਤੁਹਾਨੂੰ ਕਵੇ ਕਿ ਹਾਂ ਅਨਿਕਾ ਆਹ ਕਰੈਕਟਰ ਤੇਰੇ ਲਈ ਹੈ, ਤੇ ਉਹ ਬੜਾ ਵਧੀਆ ਲੱਗਦਾ ਹੈ, ਬੜਾ ਸੋਹਣਾ ਲੱਗਦਾ ਹੈ ਔਰ ਮਜ਼ਾ ਵੀ ਆਉਂਦਾ ਉਹਨੂੰ ਪਲੇ ਕਰਨ ਦੇ ਵਿੱਚ। ਕਿਉਂਕਿ ਹਰ ਜਗ੍ਹਾ 'ਤੇ ਤੁਸੀਂ ਕਹਿ ਕੇ ਹੀ ਕੰਮ ਨਹੀਂ ਲੈ ਸਕਦੇ ਹੈ ਨਾ। ਜਦੋਂ ਤੁਹਾਡੇ ਲਈ ਖੁਦ ਕੋਈ ਕ੍ਰੀਏਟ ਕਰਦਾ ਹੈ, ਖੁਦ ਲਿਖਦਾ ਹੈ ਕਿ ਹਾਂ ਇਹ ਕਰੈਕਟਰ ਸਿਰਫ ਉਸੇ ਕੁੜੀ ਵਾਸਤੇ ਲਿਖਿਆ ਹੋਇਆ ਹੈ ਔਰ ਉਹੀ ਪਲੇ ਕਰੂਗੀ, ਤੇ ਫਿਰ ਕਿਤੇ ਨਾ ਕਿਤੇ ਉਹ ਬਹੁਤ ਜਸਟੀਫਾਈ ਹੁੰਦਾ ਹੈ ਉਸ ਚੀਜ਼ ਦੇ ਨਾਲ, ਉਸ ਹੈ ਨਾ ਸਕ੍ਰਿਪਟ ਦੇ ਨਾਲ। ਤੇ ਮੈਂ ਬਹੁਤ ਐਕਸਾਈਟਡ ਹਾਂ। ਮੇਰਾ ਹੁਣ ਮੈਂ ਇਸ ਕਾਨਫਰੰਸ ਤੋਂ ਬਾਅਦ ਮੈਂ ਉਹਨਾਂ ਦੀ ਡੈਫੀਨੇਟਲੀ ਜਾਨ ਖਾਣ ਵਾਲੀ ਹਾਂ ਕਿ ਮੈਨੂੰ ਮੇਰਾ ਕਰੈਕਟਰ ਦੱਸੋ, ਕਿਉਂਕਿ ਮੇਰੀ ਹਮੇਸ਼ਾ ਤੋਂ ਆਦਤ ਰਹੀ ਹੈ, ਚਾਹੇ ਮੈਂ 1 ਦਿਨ ਦਾ ਕੰਮ ਕਰਾਂ, ਚਾਹੇ ਮੈਂ 2 ਦਿਨ ਦਾ ਕੰਮ ਕਰਾਂ, ਤੇ ਮੈਨੂੰ ਸਕ੍ਰਿਪਟ ਨਾਲ ਬਹੁਤ ਹੁੰਦਾ ਹੈ ਕਿ ਮੈਨੂੰ ਪਹਿਲੇ ਹੀ ਮਿਲਣੀ ਚਾਹੀਦੀ ਹੈ, ਮੈਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਪਲੇ ਕਰ ਰਹੀ ਹਾਂ। ਔਰ ਮੇਰੀ ਨਾ ਬਹੁਤ ਇੱਦਾਂ ਦੀ ਆਦਤ ਹੈ, ਕਈ ਮੂਵੀਆਂ ਮੈਨੂੰ ਆਈਆਂ ਨੇ ਜਿਹਦੇ ਵਿੱਚ ਇੱਦਾਂ ਦੇ ਕਰੈਕਟਰ ਹੁੰਦੇ ਨੇ ਜਿਹੜੇ ਕਿ ਕਰੈਕਟਰ ਹੁੰਦੇ ਨੇ ਮੂਵੀਜ਼ ਦੇ ਵਿੱਚ 15-20 ਦਿਨ ਦਾ ਕੰਮ ਵੀ ਹੁੰਦਾ ਹੈ, ਪਰ ਮੈਂ ਨਹੀਂ ਕਰਦੀ। ਹੁੰਦਾ ਕੰਮ ਪਰ ਮੈਂ ਨਹੀਂ ਕਰਦੀ। ਕਿਉਂਕਿ ਉਹ ਕਿਤੇ ਨਾ ਕਿਤੇ ਮੈਨੂੰ ਐਂ ਲੱਗਦਾ ਕਿ ਉਹ ਵਰਥਫੁਲ ਨਹੀਂ ਹੈਗਾ ਉਹ ਕਰੈਕਟਰ। ਕਿਉਂਕਿ ਤੁਸੀਂ ਕਿਸੇ ਦੇ ਨਾਲ ਖੜੇ ਹੋ, ਚੱਲ ਰਹੇ ਹੋ, 2-4 ਗੱਲਾਂ ਹੋ ਰਹੀਆਂ ਨੇ, ਉਸ ਕਰੈਕਟਰ ਦੀ ਇੱਕ ਖੁਦ ਦੀ ਇੰਡੀਵਿਜੂਅਲਿਟੀ ਨਹੀਂ ਹੈ। ਤੇ ਮੈਂ ਇੱਦਾਂ ਦੀ ਹਾਂ ਕਿ ਜਿੱਥੇ ਮੈਨੂੰ ਲੱਗਦਾ ਨਾ ਕਿ ਹਾਂ ਕਰੈਕਟਰ ਦੀ ਇੰਡੀਵਿਜੂਅਲਿਟੀ ਹੈਗੀ ਹੈ, ਉਹਦਾ ਖੁਦ ਦਾ ਅਸਤਿਤਵ ਦਿਖਾਇਆ ਜਾ ਰਿਹਾ ਹੈ ਉਹਦੇ ਵਿੱਚ ਹੈ ਨਾ, ਮੂਵੀ ਦੇ ਵਿੱਚ ਹੋ ਗਿਆ ਜਾਂ ਵੈਬ ਸੀਰੀਜ਼ 'ਚ ਹੋ ਗਿਆ ਜਾਂ ਸੀਰੀਅਲ ਦੇ ਵਿੱਚ ਹੋ ਗਿਆ, ਤੇ ਫਿਰ ਮੈਂ ਕਰਾਂਗੀ। ਫਿਰ ਤਾਂ ਤੁਸੀਂ ਭਾਵੇਂ ਮੇਰੇ ਤੋਂ ਫ੍ਰੀ 'ਚ ਕੰਮ ਕਰਵਾ ਲਓ, ਮੈਂ ਕਰ ਲੂੰਗੀ। ਮੈਂ ਇੱਦਾਂ ਦੀ ਹਾਂ। ਤੇ ਤੁਸੀਂ ਕਿੰਨਾ ਕੁ ਲੱਕੀ ਮੰਨਦੇ ਹੋ ਕਿ ਹਾਂ ਉਹਨਾਂ ਨੇ ਜਿਵੇਂ ਤੁਹਾਨੂੰ ਕਿਹਾ? ਮੈਂ ਬਹੁਤ ਲੱਕੀ ਹਾਂ, ਮੈਂ ਸ਼ੁਰੂ ਤੋਂ ਲੱਕੀ ਹਾਂ। ਮੈਂ ਦੇਖੋ ਮੈਂ ਇਹ ਨਹੀਂ ਕਹਾਂਗੀ ਕਿ ਮੈਂ ਬਹੁਤ ਹਾਈ ਫਾਈ ਫੈਮਿਲੀ, ਰਾਇਲ ਫੈਮਿਲੀ ਤੋਂ ਹਾਂ, ਪਰ ਮੈਂ ਹਮੇਸ਼ਾ ਤੋਂ ਬਹੁਤ ਕਿਸਮਤ ਵਾਲੀ ਹਾਂ। ਮੈਂ ਸੱਚ ਦੱਸਾਂ ਨਾ, ਮੈਂ ਇਹੋ ਜਿਹੀ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਜਿੱਥੇ ਕਿ ਆਹ ਚੀਜ਼ ਦੇ ਵਿੱਚ ਆਉਣਾ ਵੀ ਆਈ ਡੋਂਟ ਥਿੰਕ ਸੋ ਕਿ ਕਦੇ ਕਿਸੇ ਨੇ ਸੋਚਿਆ ਵੀ ਹੋਣਾ ਹੈ। ਨੋ ਡਾਊਟ ਮੇਰੇ ਫਾਦਰ ਥੀਏਟਰ ਆਰਟਿਸਟ ਬਹੁਤ ਪੁਰਾਣੇ ਰਹਿ ਚੁੱਕੇ ਨੇ, ਆਪ ਦੇ ਟਾਈਮ ਦੇ ਵਿੱਚ ਉਹਨਾਂ ਨੇ ਬਹੁਤ ਥੀਏਟਰ ਕੀਤੇ ਹੋਏ ਨੇ, ਬਹੁਤ ਜ਼ਿਆਦਾ। ਹਾਲੇ ਵੀ ਚਲੇ ਜਾਓ ਕਸੋਲ ਕਿਤੇ ਵੀ ਚਲੇ ਜਾਓ, ਉਹਨਾਂ ਦੇ ਫੋਟੋ ਲੱਗੇ ਹੁੰਦੇ ਨੇ ਥੀਏਟਰ ਦੇ ਵਿੱਚ। ਪਰ ਫਿਰ ਵੀ ਜਿਹੜੇ ਪਿੰਡ 'ਚ ਮੇਰਾ ਬਰਥ ਹੋਇਆ ਆ, ਜਿੱਥੇ ਮੈਂ ਜੰਮੀ ਪਲੀ ਹਾਂ ਹੈ ਨਾ, ਉੱਥੇ ਆਹ ਚੀਜ਼ ਨੂੰ ਸੋਚਣਾ, ਆਹ ਚੀਜ਼ ਨੂੰ ਅੱਗੇ ਲੈ ਕੇ ਆਉਣਾ ਮੈਨੂੰ ਬਹੁਤ ਟਾਈਮ ਲੱਗ ਗਿਆ। ਮੈਨੂੰ 23-24 ਸਾਲ ਲੱਗ ਗਏ ਆਹ ਚੀਜ਼ ਨੂੰ। ਮੇਰੇ ਦਿਮਾਗ ਦੇ ਵਿੱਚ ਤਾਂ ਮਤਲਬ 17-18 ਸਾਲ 'ਚ ਹੀ ਆ ਗਿਆ ਸੀਗਾ ਕਿ ਮੈਂ ਆਹ ਕਰਨਾ ਹੈ, ਪਰ ਉਸ ਚੀਜ਼ ਨੂੰ ਘਰਦਿਆਂ ਨੂੰ ਦੱਸਣ ਲੱਗੇ, ਖੁਦ ਨੂੰ ਮਨਾਉਣ ਲੱਗੇ ਮੈਨੂੰ 23-24 ਸਾਲ ਲੱਗ ਗਏ। 24 ਸਾਲ ਦੇ ਵਿੱਚ ਜਦੋਂ ਮੈਨੂੰ, ਔਰ ਦੇਖੋ ਜਦੋਂ ਮੈਂ ਆਪਦਾ ਪਹਿਲਾ ਕੰਮ ਕੀਤਾ ਸੀਗਾ 2016 ਦੇ ਵਿੱਚ, ਮੈਂ ਇੱਕ ਸੀਰੀਅਲ ਕੀਤਾ ਸੀਗਾ ਰਤਨ ਰਾਜਪੂਤ ਜੀ ਦੇ ਨਾਲ। ਉਹ ਪਹਿਲਾ ਬ੍ਰੇਕ ਸੀਗਾ ਮੇਰਾ, NTV ਤੇ ਆਇਆ ਸੀਗਾ ਉਹ ਬਹੁਤ ਸਡਨਲੀ ਸੀਗਾ, ਬਹੁਤ ਸਡਨਲੀ। ਮੈਂ ਜੌਬ ਕਰਦੀ ਸੀ 에ਅਰਲਾਈਨ ਦੇ ਵਿੱਚ, ਉੱਥੇ ਹੀ ਮੈਨੂੰ ਕੁਛ ਆਡੀਸ਼ਨਸ ਐਂਡ ਆਲ ਚੱਲਦਾ ਪਿਆ ਸੀਗਾ, ਤੇ ਬਸ ਉਹ ਮੈਂ ਕਿਸੇ ਨੂੰ ਨਹੀਂ ਦੱਸਿਆ, ਉਹ ਮੈਂ ਚੋਰੀ ਕੀਤਾ ਸੀ। ਨਾ ਹੁਣ ਤਾਂ ਚਲੋ ਸਭ ਨੂੰ ਪਤਾ ਆ, ਉਹ ਮੈਂ ਚੋਰੀ ਕੀਤਾ ਸੀਗਾ। ਤੇ ਮੈਂ ਉਸ ਟਾਈਮ ਸੋਚਦੀ ਸੀਗੀ ਇਹ ਤਾਂ 2-4 ਦਿਨ ਦਾ ਕੰਮ ਹੈ, 10 ਕੁ ਦਿਨ ਦਾ ਕੰਮ ਹੈ, ਇਹ ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ, ਚਲੋ ਕਰਕੇ ਦੇਖਦੀ ਹਾਂ ਸੱਚੀ ਇਹ ਜਿਹੜੀ ਚੀਜ਼ ਮੇਰੇ ਅੰਦਰ ਹੈ ਕਿ ਮੈਂ ਉਹ ਪਰਦੇ 'ਤੇ ਕਰ ਸਕਦੀ ਹਾਂ ਜਾਂ ਨਹੀਂ ਕਰ ਸਕਦੀ। ਤੇ ਜਦੋਂ ਮੈਂ ਉਹ ਕੀਤਾ ਨਾ, ਉਹ ਟੈਲੀਕਾਸਟ ਹੋ ਗਿਆ। ਪੂਰੇ ਪਿੰਡ ਨੂੰ, ਦਾਦਕੇ, ਨਾਨਕੇ, ਮਾਮੀਆਂ, ਚਾਚੀਆਂ, ਸਭ ਨੂੰ ਪਤਾ ਲੱਗ ਗਿਆ। ਇਵਨ ਕਿ ਮੈਨੂੰ ਕਾਲਸ ਆਉਣੇ ਸ਼ੁਰੂ ਹੋ ਗਏ, ਸਭ ਦੇਖਦੇ ਸੀਗੇ। ਉਹ ਬਹੁਤ ਫੇਮਸ ਸੀਗਾ ਉਹ ਸੀਰੀਅਲ, ਜੈ ਸੰਤੋਸ਼ੀ ਮਾਤਾ ਕਰਕੇ ਆਉਂਦਾ ਸੀਗਾ। ਤੇ ਫਿਰ ਉਦੋਂ ਮੈਂ ਡਿਸਾਈਡ ਕੀਤਾ ਕਿ ਮੈਂ ਇਹ ਕਰ ਸਕਦੀ ਹਾਂ। ਜਦੋਂ ਪਹਿਲੀ ਵਾਰ ਆਪਣੇ ਆਪ ਨੂੰ ਤੁਸੀਂ ਟੈਲੀਕਾਸਟ ਹੁੰਦੇ ਦੇਖਿਆ ਹੈ ਨਾ, ਕਿਵੇਂ ਦਾ ਫੀਲ ਹੋਇਆ, ਕੀ ਰਿਐਕਸ਼ਨ? ਮੈਂ ਸੱਚ ਦੱਸਾਂ ਨਾ, ਮੈਂ ਜਿਮ 'ਚ ਸੀਗੀ ਔਰ ਮੇਰੀ ਜਿਮ ਦੇ ਵਿੱਚ ਨਾ ਸਕਰੀਨ ਲੱਗੀ ਸੀਗੀ ਵੱਡੀ ਹੈ ਨਾ, ਗੋਲਡ ਜਿਮ 'ਚ ਸੀਗੀ ਮੈਂ, ਵੱਡੀ ਸਕਰੀਨ ਲੱਗੀ ਸੀ, ਉਹਦੇ 'ਤੇ ਮੇਰਾ ਚੱਲ ਰਿਹਾ ਸੀਗਾ। ਮੈਂ ਦੱਸ ਨਹੀਂ ਸਕਦੀ, ਮੈਂ ਰੋ ਪਈ ਸੀਗੀ। ਔਰ ਮੈਂ ਉਸ ਦਿਨ ਰਿਅਲਾਈਜ਼ ਕੀਤਾ ਕਿ ਮੈਂ ਆਹੀ ਕਰਨਾ ਚਾਹੁੰਦੀ ਹਾਂ। ਮੈਂ ਪਤਾ ਨਹੀਂ ਕੀ ਭੱਜ ਰਹੀ ਹਾਂ, ਮੈਂ ਐਵੇਂ ਗ੍ਰੈਜੂਏਸ਼ਨ ਦੇ ਚੱਕਰਾਂ 'ਚ ਪੈ ਰਹੀ ਹਾਂ, ਕੀ ਕਰ ਰਹੀ ਹਾਂ, ਪੜ੍ਹੀ ਜਾ ਰਹੀ ਹਾਂ, ਆਹੀ ਕਰਨਾ। ਮੈਂ ਕਿਹਾ ਮੈਂ ਆਹੀ, ਮੈਨੂੰ ਮੇਰੇ ਲਈ ਆਹੀ ਚੀਜ਼ ਹੈਗੀ ਹੈ ਜਿਹੜੀ ਮੈਨੂੰ ਹੈਪੀਨੈਸ ਦਿੰਦੀ ਹੈਗੀ ਹੈ। ਮੈਂ ਬਹੁਤ ਸੈਟੀਸਫਾਈ ਪਰਸਨ ਹਾਂ, ਬਹੁਤ ਸੈਟੀਸਫਾਈ। ਮੈਂ ਬਹੁਤ ਲਿਮਿਟਡ ਚੀਜ਼ਾਂ ਦੇ ਵਿੱਚ ਖੁਸ਼ ਰਹਿ ਲੈਂਦੀ ਹਾਂ। ਤੇ ਜਦੋਂ ਮੈਨੂੰ ਇਹ ਛੋਟੀ ਚੀਜ਼ਾਂ ਵੀ, ਛੋਟੇ ਕਰੈਕਟਰ ਮਿਲਣਾ ਸ਼ੁਰੂ ਹੋ ਗਏ ਨਾ, ਜਦੋਂ ਮੈਂ 2016 ਦੇ ਵਿੱਚ ਕੀਤਾ ਆਹ ਵਾਲਾ ਪਹਿਲਾ ਕਰੈਕਟਰ ਹੈ ਨਾ ਰਤਨ ਰਾਜਪੂਤ ਜੀ ਦੇ ਨਾਲ, ਦੈਨ ਉਸ ਤੋਂ ਬਾਅਦ 2 ਸਾਲ ਦਾ ਗੈਪ ਪੈ ਗਿਆ ਬਿਕੋਜ਼ ਮੇਰਾ ਐਕਸੀਡੈਂਟ ਹੋ ਗਿਆ ਸੀਗਾ। ਸੋ ਮੈਂ ਪੂਰੀ ਤਰ੍ਹਾਂ ਮਤਲਬ ਬੈੱਡ 'ਤੇ ਸੀਗੀ।
ਉਸ ਤੋਂ ਬਾਅਦ ਜਦੋਂ ਮੈਂ ਉਹ ਸਟਾਰਟ ਦੁਬਾਰਾ ਕੀਤੀ ਜਰਨੀ, ਮੈਂ ਪੰਜਾਬੀ ਇੰਡਸਟਰੀ ਤੋਂ ਸਟਾਰਟ ਕੀਤਾ, ਮੈਂ ਬੰਬੇ ਨਹੀਂ ਗਈ, ਪੰਜਾਬੀ ਤੋਂ ਸਟਾਰਟ ਕੀਤਾ। ਤੇ ਪੰਜਾਬੀ ਇੰਡਸਟਰੀ ਦੇ ਵਿੱਚ ਮੈਨੂੰ ਜਦੋਂ ਛੋਟੇ ਛੋਟੇ ਕਰੈਕਟਰ ਮਿਲਣੇ ਸ਼ੁਰੂ ਹੋਏ ਔਰ ਮੈਂ ਪੂਰੀ ਇਮਾਨਦਾਰੀ ਨਾਲ ਕੀਤੇ, ਬਹੁਤ ਮਜ਼ਾ ਆਇਆ, ਬਹੁਤ ਇੰਜੋਏ ਕੀਤਾ। ਸਕ੍ਰਿਪਟ ਨਹੀਂ, ਉੱਥੇ ਸੈੱਟ ਤੇ ਬੁਲਾ ਲੈਂਦੇ ਸੀਗੇ, ਸਕ੍ਰਿਪਟ ਨਹੀਂ ਵੀ ਹੁੰਦੀ ਸੀ ਸਮ ਟਾਈਮ, ਪਰ ਮੈਂ ਇੰਜੋਏ ਕਰਦੀ ਸੀਗੀ ਉਸ ਇਨਵਾਇਰਮੈਂਟ ਨੂੰ, ਉਸ ਮੇਰੇ ਆਲੇ ਦੁਆਲੇ ਕੈਮਰਾ ਪਏ ਹੁੰਦੇ ਸੀ, ਲਾਈਟ ਪਈ ਹੁੰਦੀ ਸੀ, ਮੈਂ ਉਹ ਚੀਜ਼ਾਂ ਨੂੰ ਬਹੁਤ ਇੰਜੋਏ ਕਰਦੀ ਹਾਂ। ਹਜੇ ਵੀ ਮੈਂ ਉੱਦਾਂ ਦੀ ਹਾਂ, ਮਤਲਬ ਮੇਰਾ ਆਹੀ ਹਾਲ ਹੈ, ਬਹੁਤ ਇੰਜੋਏ ਕਰਦੀ ਹਾਂ ਇਸ ਚੀਜ਼ ਨੂੰ, ਬਹੁਤ ਜ਼ਿਆਦਾ। ਮੈਂ ਕਹਿੰਦੀ ਹਾਂ ਕਿ ਪਤਾ ਨਹੀਂ ਇਹ ਕੰਮ ਹੈ ਜਾਂ ਕੀ ਹੈ, ਮੈਨੂੰ ਨਹੀਂ ਪਤਾ, ਆਈ ਡੋਂਟ ਨੋ ਇਹ ਕੀ ਚੀਜ਼ ਹੈ, ਬਟ ਇਹ ਹੈ ਜਿਹੜੀ ਮੇਰੇ ਅੰਦਰ ਹੈਗੀ ਆ, ਜਿਹੜੀ ਮੈਨੂੰ ਬਹੁਤ ਪਿਆਰ, ਮੈਨੂੰ ਬਹੁਤ ਖੁਸ਼ ਰੱਖਦੀ ਹੈ। ਮੇਰੇ ਫੇਸ ਤੇ ਸਮਾਈਲ ਹੁੰਦੀ ਹੈ ਸੈੱਟ ਤੇ, ਮੈਂ ਤੁਹਾਡੀ ਰੂਹ ਖੁਸ਼ ਹੋ ਜਾਂਦੀ ਹੈ? ਮੇਰੀ ਰੂਹ, ਮੈਂ ਕਹਿੰਦੀ ਹਾਂ ਮੈਨੂੰ ਕੁਝ ਚਾਹੀਦਾ ਹੀ ਨਹੀਂ, ਮੈਂ ਬਹੁਤ ਸੈਟੀਸਫਾਈ ਪਰਸਨ ਹਾਂ। ਮੈਨੂੰ ਚੀਜ਼ਾਂ ਮੈਨੂੰ ਕਿਸੇ ਚੀਜ਼ ਦਾ ਆਈ ਥਿੰਕ ਨਹੀਂ ਪਤਾ ਹੋਣਾ, ਮੈਨੂੰ ਤਾਂ ਗੱਡੀਆਂ ਦਾ ਵੀ ਨਹੀਂ ਪਤਾ ਹੋਣਾ, ਮੈਨੂੰ ਜਿਹੜੀਆਂ ਲਗਜ਼ਰੀ ਚੀਜ਼ਾਂ ਨੇ ਮੈਨੂੰ ਨਹੀਂ ਪਤਾ ਹੋਣਾ ਕਿਸੇ ਵੀ ਚੀਜ਼ ਦਾ। ਪਰ ਜੇ ਤੁਸੀਂ ਕਿਸੇ ਵੀ ਸੀਰੀਜ਼ ਦਾ, ਕਿਸੇ ਵੀ ਮੂਵੀ ਦਾ ਨਾਮ ਲੈ ਲਓਗੇ, ਮੈਂ ਲਾਈਕ ਕਿ ਮੈਂ ਘਰੇ ਵੀ ਆਹੀ ਕੁਝ ਹੈ ਕਿ ਮੈਂ ਜਿਵੇਂ ਮੈਂ ਫਰੀ ਹਾਂ ਹੈ ਨਾ, ਅਤੇ ਮੇਰੀ ਰੂਟੀਨ ਹੀ ਆਹੀ ਆ ਕਿ ਮੈਂ ਸੁਬਾਹ ਉੱਠਦੀ ਹਾਂ ਹੈ ਨਾ। ਮੇਰੇ ਥੋਟ ਬਹੁਤ ਲਿਮਟਡ ਹੈਗੇ ਨੇ, ਮੇਰੇ ਥੋਟ, ਔਰ ਮੈਂ ਲਿਮਟਡ ਹੀ ਰੱਖੇ ਨੇ, ਜ਼ਿਆਦਾ ਥੋਟ ਰੱਖੇ ਵੀ ਨਹੀਂ। ਅਤੇ ਜਿਵੇਂ ਮੇਰਾ ਜਿਹੜਾ ਰੂਟੀਨ ਹੈਗਾ ਆ ਉਹ ਹੈਗਾ ਆ ਕਿ ਜਿਵੇਂ ਮੈਂ ਸੁਬਾਹ ਸਾਜਰੇ ਉੱਠਦੀ ਹਾਂ ਹੈ ਨਾ, ਅਤੇ ਹੈ ਨਾ ਜੋ ਵੀ ਮੇਰਾ ਇੱਕ ਔਰਾ ਬਣਿਆ ਹੋਇਆ ਹੈ ਕਾਨਾ ਜੀ ਨੂੰ ਲੈ ਕੇ ਹੈ ਨਾ, ਅਤੇ ਉਹ ਸਾਰਾ ਫਿਨਿਸ਼ ਕਰਕੇ ਯੋਗਾ ਕਰਕੇ ਅਤੇ ਮੈਂ ਆਪਣੀ ਟੀਵੀ ਦੇ ਮੂਹਰੇ ਬੈਠ ਜਾਂਦੀ ਹਾਂ। ਔਰ ਆਈ ਥਿੰਕ ਉਹ 8 ਵਜੇ ਦਾ ਟਾਈਮ ਹੁੰਦਾ ਹੈ, 4:30 ਮੈਂ ਉੱਠ ਜਾਂਦੀ ਹਾਂ, ਅਤੇ ਉਹ 8 ਵਜੇ ਦੇ ਵਿੱਚ ਸਾਰਾ ਬਾਕੀ ਕੰਪਲੀਟ ਕਰਕੇ ਮੈਂ ਟੀਵੀ ਦੇ ਮੂਹਰੇ ਬੈਠ ਜਾਂਦੀ ਹਾਂ। ਔਰ ਮੇਰਾ ਜਿਹੜਾ ਪਾਣੀ ਦਾ ਗਿਲਾਸ ਵੀ ਜਿਹੜਾ ਮੈਂ ਪੀਂਦੀ ਹਾਂ ਨਾ, ਟੀਵੀ ਦੇ ਮੂਹਰੇ ਬੈਠ ਕੇ ਪੀਂਦੀ ਹਾਂ, ਔਰ ਲੱਗਿਆ ਹਮੇਸ਼ਾ ਨੈਟਫਲਿਕਸ, ਮਤਲਬ ਸੀਰੀਜ਼ ਹੁੰਦੀਆਂ, ਕੋਈ ਨਾ ਕੋਈ ਸੀਰੀਜ਼ ਲੱਗੀ ਹੋਊਗੀ, ਕੋਈ ਨਾ ਕੋਈ ਡਰਾਮਾ ਚੱਲ ਰਿਹਾ ਹੋਊਗਾ, ਆਈ ਤਾਂ ਇੰਜੋਏ ਲੋਟ। ਤੇ ਜਿਵੇਂ ਹੁਣ ਨਵੇਂ ਆਰਟਿਸਟ ਆ ਰਹੇ ਨੇ ਹੈ ਨਾ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਕਿੰਨਾ ਕੁ ਮੁਸ਼ਕਿਲ ਹੁੰਦਾ ਹੈ ਸਟਰਗਲ ਕਰਨਾ ਇੰਡਸਟਰੀ? ਯਾਰ ਮੈਂ ਬਸ ਆਹੀ ਕਹਾਂਗੀ ਕਿ ਜੋ ਚੀਜ਼ ਮੈਂ ਫੇਸ ਕੀਤੀ ਆ ਹੈ ਨਾ, ਜੋ ਚੀਜ਼ ਮੈਂ ਹਾਲੇ ਵੀ ਕਰਦੀ ਪਈ ਹਾਂ ਨਾ, ਇੰਡਸਟਰੀ ਦੇ ਵਿੱਚ ਹੈਗੀ ਹਾਂ, ਹਾਲੇ ਮੈਂ ਕੁਝ ਇੰਨਾ ਵਧੀਆ ਕਹਿ ਲਓ ਕਿ ਫੇਮਸ ਨਹੀਂ ਕੀਤਾ ਕਿ ਲੋਕ ਮੈਨੂੰ ਆ ਕੇ ਉਹ ਚੀਜ਼ ਹੈ ਨਾ ਪਹਿਚਾਨਣ। ਨੋ ਡਾਊਟ ਮੈਂ ਕੰਮ ਕਰਦੀ ਪਈ ਹਾਂ, ਮੈਂ ਸਮੀਪ ਸਰ ਜੀ ਨਾਲ 2 ਸੀਰੀਜ਼ ਕਰ ਚੁੱਕੀ ਹਾਂ, 3 ਸੀਰੀਜ਼ ਕਰ ਚੁੱਕੀ ਹਾਂ, 2 ਜਿਨ੍ਹਾਂ 'ਚੋਂ ਰਿਲੀਜ਼ ਹੋ ਚੁੱਕੀਆਂ ਨੇ, ਔਰ 1 ਰਿਲੀਜ਼ ਹੋਣ ਵਾਲੀ ਆ। ਉਹਦੇ ਵਿੱਚ ਕਾਫੀ ਵੱਡੇ ਆਰਟਿਸਟ ਹੈਗੇ ਨੇ, ਜਿਵੇਂ ਘੁੱਗੀ ਭਾਜੀ ਨੇ, ਹੋਰ ਵੀ ਕਾਫੀ ਵਧੀਆ ਆਰਟਿਸਟ ਹੈਗੇ ਨੇ, ਉਹ ਮੇਰੀ ਬਹੁਤ ਜਲਦੀ ਰਿਲੀਜ਼ ਹੋਣ ਵਾਲੀ ਹੈ। ਅਤੇ ਜਿਵੇਂ ਹੋਰ ਵੀ ਮੈਂ ਹੈ ਨਾ, ਜਿਵੇਂ ਹੁਣ ਮੈਂ ਕਲਰਸ ਦੇ ਨਾਲ ਕੰਮ ਕਰਦੀ ਪਈ ਹਾਂ, ਕਲਰਸ ਚੈਨਲ ਵੀ ਬਹੁਤ ਵੱਡਾ ਚੈਨਲ ਹੈ ਨਾ, ਕਾਫੀ ਵੱਡੇ ਆਰਟਿਸਟ ਨਾਲ ਕੰਮ ਕਰਦੀ ਪਈ ਹਾਂ, ਪਰ ਉਹ ਚੀਜ਼ ਹਾਲੇ ਚਲੋ ਹੌਲੀ ਹੌਲੀ ਮਿਲਦੀ ਹੈ। ਪਰ ਮੈਂ ਆਹੀ ਕਹਾਂਗੀ ਕਿ ਜੋ ਤੁਹਾਨੂੰ ਮਿਲਦਾ ਨਾ, ਤੁਹਾਡੇ ਆਪ ਤੋਂ ਹੀ ਮਿਲਦਾ ਹੈ। ਤੁਸੀਂ ਥੋੜ੍ਹਾ ਜਿਹਾ ਕਰੈਕਟਰ ਪਲੇ ਕਰਕੇ ਆ ਰਹੇ ਹੋ, ਤੁਸੀਂ ਚਾਹੇ ਉਹ ਗਾਣਾ ਕਰ ਰਹੇ ਹੋ, ਚਾਹੇ ਤੁਸੀਂ ਉਹ ਵੈਬ ਸੀਰੀ ਕਰ ਰਹੇ ਹੋ, ਮੂਵੀ ਕਰ ਰਹੇ ਹੋ ਹੈ ਨਾ, ਉਹਦੇ ਵਿੱਚ ਹਲਕਾ ਜਿਹਾ 1-2 ਲਾਈਨਾਂ ਬੋਲ ਕੇ ਆ ਰਹੇ ਹੋ, ਉਹਦੇ ਤੋਂ ਹੀ ਤੁਹਾਨੂੰ ਕੰਮ ਮਿਲੂਗਾ। ਜੇ ਤੁਸੀਂ ਕਹਿ ਦਿਓ ਕਿ ਤੁਸੀਂ ਹੈ ਨਾ ਇੱਧਰ ਭੱਜ ਰਹੇ ਹੋ, ਉੱਧਰ ਭੱਜ ਰਹੇ ਹੋ, ਮੀਟਿੰਗਸ ਕਰ ਰਹੇ ਹੋ, ਇੱਦਾਂ ਨਹੀਂ ਹੁੰਦਾ। ਹਾਂ, ਤੁਹਾਨੂੰ ਉਹ ਦੁਨੀਆਦਾਰੀ ਦੇ ਵਿੱਚ ਵਿਚਰਨ ਵਾਸਤੇ, ਰਹਿਣ ਵਾਸਤੇ ਉਹ ਚੀਜ਼ਾਂ ਦਾ ਨਾਲ ਕੰਟੈਕਟ ਦੇ ਵਿੱਚ ਰਹਿਣਾ ਪੈਂਦਾ ਹੈ ਨਾ। ਇੱਕ ਜਿਵੇਂ ਮੈਂ ਆਰਟਿਸਟ ਬਣਨਾ ਚਾਹੁੰਦੀ ਹਾਂ, ਅਤੇ ਮੈਨੂੰ ਉਹ ਸੋਚ ਨੂੰ ਅੰਦਰ ਰੱਖਣਾ ਪਏਗਾ। ਜੇ ਮੈਂ ਸੋਚ ਹੀ ਖ਼ਤਮ ਕਰ ਦਾਂਗੀ ਤਾਂ ਫਿਰ ਮੈਂ ਨਹੀਂ ਬਣ ਸਕਦੀ। ਮਤਲਬ ਤੁਹਾਡਾ ਕਿ ਇੱਕ ਪੇਸ਼ੈਂਸ ਲੈਵਲ ਹੋਣਾ ਬਹੁਤ ਜ਼ਰੂਰੀ, ਬਹੁਤ ਅਨਲਿਮਿਟਡ ਲੈਵਲ 'ਤੇ ਹੋਣਾ ਜ਼ਰੂਰੀ ਹੈ। ਜੇ ਤੁਹਾਨੂੰ ਲੱਗ ਰਿਹਾ ਨਾ ਕਿ ਤੁਸੀਂ ਮਤਲਬ ਥੋੜ੍ਹਾ ਜਿਹਾ ਕਨਫਿਊਜ਼ਡ ਹੈਗੇ ਹੋ ਕਿ ਮੇਰਾ ਇਹ ਕਿਉਂਕਿ ਮੋਸਟਲੀ ਪਤਾ ਕੀ ਹੁੰਦਾ, ਆਰਟਿਸਟ ਇੰਨੀ ਜਲਦੀ ਨਹੀਂ ਬਣਿਆ ਜਾਂਦਾ ਯਾਰ। ਪੂਰੀ ਦੁਨੀਆ ਦਾ ਦਿਲ ਜਿੱਤਣਾ ਆ, ਪੂਰੀ ਦੁਨੀਆ ਮੰਗ ਰਹੇ ਆ ਹੈ ਨਾ, ਰੱਬ ਵੀ ਸੋਚੂਗਾ ਦੇਣ ਲੱਗੇ ਸੌਖੀ ਚੀਜ਼ ਨਹੀਂ, ਸਭ ਤੋਂ ਵੱਡੀ ਚੀਜ਼ ਮੰਗ ਰਹੇ ਆ ਹੈ ਨਾ। ਅਤੇ ਉਹਨੇ ਵੀ ਥੋੜ੍ਹਾ ਸੋਚਣਾ ਹੈ ਕਿ ਤੁਸੀਂ ਉਸ ਚੀਜ਼ ਦੇ ਲਾਇਕ ਹੈਗੇ ਹੋ ਜਾਂ ਨਹੀਂ ਹੈਗੇ ਹੋ। ਜੇ ਤਾਂ ਤੁਸੀਂ ਲਾਇਕ ਹੋ ਹੈ ਨਾ, ਫਿਰ ਤਾਂ ਠੀਕ ਆ, ਅਤੇ ਜੇ ਨਹੀਂ ਹੈਗੇ ਤਾਂ ਫਿਰ ਬਣੋ ਹੈ ਨਾ। ਅਤੇ ਟਾਈਮ ਬਹੁਤ ਲੱਗਦਾ ਆ। ਮੈਂ ਉਹੀ ਕਹਾਂਗੀ ਕਿ ਆਈ ਕੈਨ ਕੰਪਲੀਟਲੀ ਅੰਡਰਸਟੈਂਡ ਕਿ ਜਿਹੜਾ ਉਹ ਟਾਈਮ ਪੀਰੀਅਡ ਹੁੰਦਾ ਨਾ, ਇੱਕ ਲੋ ਲੈਵਲ ਤੋਂ ਅੱਪਰ ਲੈਵਲ ਤੱਕ ਜਾਣ ਦਾ ਜਿਹੜਾ ਟਾਈਮ ਪੀਰੀਅਡ ਹੁੰਦਾ ਹੈ, ਉਹ ਜਿਹੜਾ ਟਾਈਮ ਪੀਰੀਅਡ ਹੈ ਤੁਸੀਂ ਟਰਾਈ ਕਰਦੇ ਰਹੋ। ਜੇ ਤੁਹਾਡਾ ਆਰਟਿਸਟ ਤੁਹਾਨੂੰ ਕੰਮ ਘੱਟ ਮਿਲ ਰਿਹਾ ਹੈ ਨਾ, 1-2 ਦਿਨ ਦਾ ਮਿਲ ਰਿਹਾ, ਤੁਸੀਂ ਨਾਲ ਕੁਛ ਨਾ ਕੁਛ ਸਾਈਡ ਬਾਈ ਸਾਈਡ ਕਰਦੇ ਰਹੋ, ਪਾਰਟ ਟਾਈਮ ਕੰਮ ਕਰ ਲਓ, ਜੌਬ ਕਰ ਲਓ। ਮੈਂ ਕਰਦੀ ਹਾਂ,
ਮੈਂ ਹਾਲੇ ਵੀ ਕਰਦੀ ਹਾਂ, ਮੈਨੂੰ ਬਹੁਤ ਮਜ਼ਾ ਆਉਂਦਾ ਹੈ, ਮੈਂ ਹਾਲੇ ਵੀ ਕਰਦੀ ਹਾਂ। ਤੇ ਕਦੀ ਮੈਂ ਫ੍ਰੀ ਹੋਵਾਂ ਤੇ ਮੈਂ ਡੈਫੀਨੇਟਲੀ ਉਹ ਚੀਜ਼ ਕਰਦੀ ਹਾਂ, ਕੋਈ ਵੀ ਪਾਰਟ ਟਾਈਮ ਕੰਮ ਕਰ ਲਿਆ, ਕੁਝ ਵੀ ਆਪਣੇ ਲੈਪਟਾਪ ਤੇ ਬਹੁਤ ਸਾਰੇ ਕੰਮ ਨੇ, ਅਨਲਿਮਿਟਿਡ ਕੰਮ ਨੇ, ਬਸ ਕੰਮ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਹੈ। ਸੋ ਈਜ਼ੀ ਆ, ਹੋ ਜਾਊਗਾ, ਟਾਈਮ ਲੱਗੂਗਾ ਲੇਕਿਨ ਮਿਲਦਾ ਜ਼ਰੂਰ ਹੈ ਉਹ, ਪਰ ਸੋਚ ਦੇ ਵਿੱਚ ਵੀ ਰੱਖਣਾ ਪੈਂਦਾ ਹੈ, ਉਹਦੇ ਨਾਲ ਗਰੋ ਵੀ ਕਰਨਾ ਪੈਂਦਾ ਹੈ, ਹੌਲੀ ਹੌਲੀ ਸਿੱਖਣਾ ਵੀ ਪੈਂਦਾ। ਜੇ ਤੁਸੀਂ ਇੱਕ ਕਰੈਕਟਰ ਪਲੇ ਕੀਤਾ ਹੈ, ਫਿਰ ਨੈਕਸਟ ਟਾਈਮ ਤੁਸੀਂ ਕੀ ਕਰਨਾ ਹੈ, ਮਤਲਬ ਅਲਟੀਮੇਟਲੀ ਮੈਂ ਆਹੀ ਕਹਿਣਾ ਚਾਹਾਂਗੀ ਕਿ ਸੋਚ ਦੇ ਵਿੱਚ ਰੱਖਣਾ ਪੈਂਦਾ ਉਸ ਚੀਜ਼ ਨੂੰ, ਕਿ ਜੇ ਤੁਸੀਂ ਉਹ ਚੀਜ਼ ਖਤਮ ਕਰ ਦਿੱਤੀ ਫਿਰ ਤੁਸੀਂ ਡਿਸਕਨੈਕਟ ਹੋ ਗਏ ਨਾ ਉਸ ਚੀਜ਼ ਤੋਂ, ਫਿਰ ਨਹੀਂ ਮਿਲ ਸਕਦਾ। ਕਿ ਜਿਵੇਂ ਦੋ ਚੀਜ਼ਾਂ ਕਰ ਰਹੇ ਹੋ ਤੁਸੀਂ, ਹੈ ਨਾ, ਇੱਕ ਆਰਟਿਸਟ ਵੀ ਉਹਦੇ ਲਈ ਟਰਾਈ ਕਰਦੇ ਪਏ, ਇਹ ਸਾਰਾ ਮੈਂ ਉਹਨਾਂ ਵਾਸਤੇ ਬੋਲ ਰਹੀ ਹਾਂ ਜਿਹੜੇ ਨਿਊ ਕਮਰਸ ਹੈਗੇ ਨੇ, ਜਿਹੜੇ ਨਵੇਂ ਆਉਂਦੇ ਨੇ, ਜਾਂ ਫਿਰ ਜਿਹੜੇ ਹੈ ਨਾ ਜਿਨ੍ਹਾਂ ਨੂੰ 1-2 ਦਿਨ ਦਾ ਪਰ ਡੇ ਦਾ ਕੰਮ ਮਿਲਦਾ ਹੈਗਾ ਆ, ਉਹਨਾਂ ਵਾਸਤੇ ਆ ਇਹ ਸਪੈਸ਼ਲੀ, ਕਿ ਉਸ ਚੀਜ਼ ਨੂੰ ਬੈਲੈਂਸ ਕਰਨਾ ਬੜਾ ਜ਼ਰੂਰੀ ਹੈ। ਕਿਉਂਕਿ ਕਈ ਵਾਰ ਹੁਣ ਮੈਂ ਤੁਹਾਨੂੰ ਆਪਣੀ ਇੱਕ ਸਟੋਰੀ ਦੱਸਦੀ ਹਾਂ। ਪਿੱਛੇ ਨਾ ਮੈਂ ਇੰਗਲੈਂਡ ਗਈ ਸੀਗੀ ਅਤੇ ਮੇਰਾ 2-3 ਕੁ ਦਿਨ ਦਾ ਹੀ ਕੰਮ ਸੀਗਾ ਉੱਥੇ ਇੰਗਲੈਂਡ, ਔਰ ਮੂਵੀ 'ਚ ਹੀ ਸੀਗਾ। ਮੈਂ ਕੀਤਾ ਅਤੇ ਮੈਨੂੰ ਹੋ ਗਿਆ ਲਾਲਚ, ਕਿਉਂਕਿ ਉੱਥੇ ਵਧੀਆ ਕੰਮ ਮਿਲ ਜਾਂਦਾ ਯਾਰ। ਅਤੇ ਮੈਂ ਨਾ ਉੱਥੇ ਇਹ ਮੈਂ ਸੱਚ ਦੱਸ ਰਹੀ ਹਾਂ, ਮੈਨੂੰ ਲੱਗਿਆ ਕਿ ਮੈਨੂੰ ਉੱਥੇ ਕੰਮ ਕਰ ਲੈਣਾ ਚਾਹੀਦਾ ਜਿੰਨੀ ਦੇਰ ਤੱਕ ਮੇਰੇ ਕੋਲੋਂ ਅੱਗੇ ਕੋਈ ਪ੍ਰੋਜੈਕਟ ਨਹੀਂ ਹੈਗਾ। ਅਤੇ ਉਸ ਦੌਰਾਨ ਸੱਚੀ ਕੋਈ ਪ੍ਰੋਜੈਕਟ ਨਹੀਂ ਸੀਗਾ, ਲਿਟਰਲੀ ਕੋਈ ਪ੍ਰੋਜੈਕਟ ਨਹੀਂ ਸੀਗਾ, ਅਤੇ ਮੈਨੂੰ ਲੱਗਿਆ ਕੰਮ ਕਰ ਲੈਣਾ ਚਾਹੀਦਾ। ਮੈਨੂੰ ਇੰਨੇ ਪਾਊਂਡ ਮਿਲ ਰਹੇ ਸੀਗੇ ਕਿ ਉਹ ਛੱਡਣ ਦਾ ਮਨ ਨਹੀਂ ਕਰ ਰਿਹਾ ਸੀਗਾ। ਫਿਰ ਮੈਂ ਸੋਚਿਆ ਕਿ ਨਹੀਂ, ਜੇ ਮੈਂ ਇੰਗਲੈਂਡ ਰਹਿ ਗਈ ਨਾ, ਫਿਰ ਮੈਂ ਇੱਥੋਂ ਜੋਗੀ ਰਹਿ ਜਾਣਾ ਆ, ਮੈਂ ਪੰਜਾਬ ਨੂੰ ਬਿਲਕੁਲ ਕੱਟ ਆਊਟ ਕਰ ਦੇਣਾ। ਫਿਰ ਤੁਹਾਨੂੰ ਲੱਗਾ ਕਿ ਲਾਲਚ ਬੁਰੀ ਬਲਾ ਹੈ? ਲਾਲਚ ਬੁਰੀ ਬਲਾ ਹੈ, ਸਿੱਧਾ ਮੇਰੇ ਦਿਮਾਗ 'ਚ ਆਇਆ। ਮੈंने कहा ਕੋਈ ਗੱਲ ਨਹੀਂ, ਪੈਸੇ ਕਮਾਉਣੇ ਆ ਨਾ, ਪੈਸੇ ਮੈਂ ਬਾਅਦ 'ਚ ਵੀ ਕਮਾ ਲਾਂਗੀ, ਹੈ ਨਾ, ਪੈਸੇ ਮੈਂ ਕਮਾ ਸਕਦੀ ਹਾਂ। ਮੈਂ ਪੂਰੀ ਜ਼ਿੰਦਗੀ, ਮੈਂ ਜਦ ਤੱਕ ਜ਼ਿੰਦਾ ਆ ਨਾ, ਮੈਂ ਤਦ ਤੱਕ ਕੰਮ ਕਰ ਸਕਦੀ ਹਾਂ, ਮੈਂ ਕੁਛ ਵੀ ਕੰਮ ਕਰ ਸਕਦੀ ਹਾਂ, ਮੈਨੂੰ ਕੋਈ ਸ਼ਰਮ ਨਹੀਂ ਹੈਗੀ। ਜੇ ਤੁਸੀਂ ਮੈਨੂੰ ਕਹੋਗੇ ਨਾ ਕਿ ਮਤਲਬ ਐਜ਼ ਅ ਰਿਸੈਪਸ਼ਨਿਸਟ, ਐਜ਼ ਅ ਲਾਈਕ ਕਾਉਂਸਲਰ, ਕੋਈ ਵੀ ਕੰਮ ਦੋਗੇ ਮੈਂ ਕਰ ਲਾਂਗੀ, ਮੈਨੂੰ ਸ਼ਰਮ ਨਹੀਂ ਹੈਗੀ ਕੰਮ ਦੇ ਵਿੱਚ ਮੈਨੂੰ ਕਦੇ ਸ਼ਰਮ ਨਹੀਂ ਆਉਂਦੀ। ਬਟ ਦ ਥਿੰਕ ਇਜ਼ ਕਿ ਉਹ ਜਿਹੜਾ ਲਾਲਚ ਹੁੰਦਾ ਨਾ, ਜਦੋਂ ਤੁਸੀਂ ਉਹ ਦੋਨਾਂ ਚੀਜ਼ਾਂ ਦੇ ਵਿੱਚ ਹੁੰਦੇ ਹੋ, ਕਿ ਹੈ ਨਾ, ਇੱਕ ਆਰਟਿਸਟ ਲਈ ਵੀ ਟਰਾਈ ਕਰਦੇ ਪਏ, ਉਹਦੇ ਲਈ ਵੀ, ਤੇ ਉਹ ਲਾਲਚ ਲੈ ਕੇ ਨਾ ਜਾਓ, ਉਹਨੂੰ ਇੱਕ ਬੈਲੈਂਸ ਮੇਨਟੇਨ ਕਰੋ ਕਿ ਇੰਨੀ ਜ਼ਰੂਰਤ ਹੈ, ਉਹ ਜ਼ਰੂਰਤ ਪੂਰੀ ਹੋ ਰਹੀ ਹੈ, ਉਸ ਜ਼ਰੂਰਤ ਦੇ ਨਾਲ ਮੇਰਾ ਆਰਟਿਸਟ ਵਾਲਾ ਕੰਮ ਪੂਰਾ ਹੋ ਰਿਹਾ, ਬਸ ਇੰਨਾ ਕੁ ਰੱਖੋ ਹਮੇਸ਼ਾ, ਫਿਰ ਤਾਂ ਸਕਸੈਸਫੁਲ ਹੈ। ਕਿਵੇਂ ਨਹੀਂ ਮਿਲੂਗੀ ਯਾਰ। ਹੁਣ ਮੈਂ ਦੇਖੋ, ਮੈਂ ਇੱਥੇ ਬੈਠੀ ਹਾਂ ਨਾ ਤੁਹਾਡੇ ਨਾਲ, ਇਹ ਸੌਖਾ ਸੀਗਾ? ਬਹੁਤ ਔਖਾ ਸੀਗਾ ਇਹ। ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਲਾਈਕ ਮੈਂ ਇੱਦਾਂ ਬੈਠ ਕੇ ਇੰਟਰਵਿਊ ਦੇ ਰਹੀ ਹੋਵਾਂਗੀ, ਲਾਈਕ ਕਾਨਫਰੰਸ ਚੱਲ ਰਹੀ ਹੋਵਾਂਗੀ। ਮੈਂ ਕੰਮ ਕਰ ਰਹੀ ਹਾਂ, ਵਧੀਆ ਕਰ ਰਹੀ ਹਾਂ, ਰੈਗੂਲਰ ਮੇਰੇ ਕਲਰਸ ਦੇ ਨਾਲ ਸ਼ੋਅ ਚੱਲਦਾ ਪਿਆ ਆ, ਔਰ ਸੀਰੀਜ਼ ਹੈਗੀਆਂ ਨੇ, ਉਹਨਾਂ ਦੇ ਨਾਲ ਮੈਂ ਇੱਕ ਹੋਰ ਮੂਵੀ ਕਰ ਰਹੀ ਹਾਂ ਤਾਜ ਸਰ ਦੇ ਨਾਲ, ਅਤੇ ਬਹੁਤ ਮਿਲਦਾ ਆ, ਸਭ ਕੁਛ ਮਿਲਦਾ ਆ। ਮੈਨੂੰ ਐਂ ਲੱਗਦਾ ਕਾਨਾ ਜੀ ਸਭ ਕੁਛ ਦਿੰਦੇ ਨੇ। ਤੇ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਆਉਣ ਵਾਲੀ ਸੀਰੀਜ਼ ਅਤੇ ਅੱਗੇ ਆਉਣ ਵਾਲੇ ਪ੍ਰੋਜੈਕਟਸ ਵਾਸਤੇ। ਥੈਂਕ ਯੂ ਸੋ ਮਚ।